ਉਹਨੂੰ ਰਿਲੇਟ ਕਰਨਾ ਹੈਗਾ ਕਲੌਜ਼ 5B ਆਫ ਸ਼ਡਿਊਲ 2। ਠੀਕ ਹੈ ਜੀ, ਹੁਣ ਉਹਨੂੰ ਪੜ੍ਹ ਲੈਂਦੇ ਆਪਾਂ। ਅੱਛਾ, ਇੱਕ ਇਹ ਦੇਖੋ ਕਿ RCM ਨੂੰ ਅਸੀਂ ਕਿਉਂ ਇਹ 'ਚ ਲੈ ਕੇ ਆ ਰਹੇ ਹਾਂ। RCM ਜਿਹੜਾ ਹੈਗਾ ਹੈ ਉਹਨੂੰ ਆਪਾਂ ਕਿਉਂ ਇਹ 'ਚ ਲੈ ਕੇ ਆ ਰਹੇ ਹਾਂ, ਕਿਉਂਕਿ ਉਹ ਤਾਂ ਡਾਇਰੈਕਟ ਪੇਮੈਂਟ ਹੈ ਨਾ, ਅਤੇ ਸਪਲਾਇਰ ਨੇ ਤਾਂ ਉਹ ਕੀਤੀ ਨਹੀਂ, ਰਿਸੀਪੀਐਂਟ ਨੂੰ ਮਿਲਣਾ। ਇਸ ਕਰਕੇ ਇਹਨੂੰ ਇਹ 'ਚ ਆਪਾਂ ਐਗਜ਼ੈਂਪਟ ਕਹਿ ਰਹੇ ਹਾਂ, ਕਿਉਂਕਿ ਫॉर ਸਪਲਾਇਰ ਉਹ ਉਸ ਦੇ ਅੰਦਰ ਟੈਕਸ ਪੇ ਨਹੀਂ ਕਰਦਾ, ਰਿਸੀਪੀਐਂਟ ਕਰਦਾ। ਠੀਕ ਹੈ, ਹੁਣ ਆਪਾਂ ਐਗਜ਼ੈਂਪਟ ਸਪਲਾਈਜ਼ ਇਹ ਆ ਦੇਖ ਲੈਂਦੇ ਹਾਂ। ਟੈਕਸੀਬਲ ਅਤੇ ਐਗਜ਼ੈਂਪਟ ਸਪਲਾਈਜ਼ ਬਿਲਕੁਲ ਸਿੰਪਲ, ਜਿਹੜਾ ਆਪਾਂ ਪ੍ਰੋਫਿਟ ਬਿਜ਼ਨਸ ਐਂਡ ਨॉन ਬਿਜ਼ਨਸ ਕੀਤਾ, ਜਿੰਨੇ ਇਨਪੁਟਸ ਟੈਕਸੀਬਲ ਸਪਲਾਈ ਯੂਜ਼ ਹੋਏ, ਫਰਦਰੈਂਸ ਆਫ ਬਿਜ਼ਨਸ ਯੂਜ਼ ਹੋਏ, ਉਹਨਾਂ ਉਹਨੂੰ ਇਨਪੁਟ ਮਿਲ ਜੂਗਾ। ਜਿੰਨੇ ਐਗਜ਼ੈਂਪਟ ਯੂਜ਼ ਹੋਏ ਉਹਦਾ ਉਹਨੂੰ ਇਨਪੁਟ ਨਹੀਂ ਮਿਲਣਾ। ਠੀਕ ਹੈ, ਹੁਣ ਇਨਪੁਟ ਐਗਜ਼ੈਂਪਟ ਵਾਲੇ ਕਿਹੜੇ ਨੇ? ਪਹਿਲਾ ਜਿਹੜੇ ਗਵਰਨਮੈਂਟ ਨੇ ਨੋਟੀਫਾਈ ਕਰਤੇ, ਦੂਸਰਾ ਜਿਹੜੇ ਕਿ ਨਿਲ ਰੇਟ ਆਫ ਟੈਕਸ ਹੈ, ਤੀਸਰਾ ਨॉन ਟੈਕਸੀਬਲ ਸਪਲਾਈ ਹੈ, ਚੌਥਾ RCM ਕਿਉਂਕਿ ਸਪਲਾਇਰ ਟੈਕਸ ਪੇ ਨਹੀਂ ਕਰਦਾ। ਠੀਕ ਹੈ, ਪੰਜਵਾਂ ਇਹਦਾ ਆ ਗਿਆ ਆਪਣਾ ਸਿਕਿਉਰਿਟੀਜ਼, ਐਂਡ ਲਾਸਟ ਹੈਗਾ ਲੈਂਡ ਨਾਲ ਰਿਲੇਟਡ ਸਬਜੈਕਟ ਟੂ ਕਲੌਜ਼ 5B ਆਫ ਸ਼ਡਿਊਲ 2। ਠੀਕ ਹੈ, ਦੈਨ ਆਪਾਂ ਆਗੇ ਨੈਕਸਟ ਹੁਣ ਆਪਣਾ ਪ੍ਰੋਸੀਜਰ। ਇਹ ਆਪਣਾ ਨੇ ਹੁਣ ਫਾਰਮੂਲਾ ਹੈ ਕਿ ਕਿੱਦਾਂ ਆਪਾਂ ਕੈਲਕੂਲੇਟ ਕਿਵੇਂ ਕਰਨਾ ਹੈ ਕਿ ITC ਕਿਹੜਾ ITC ਹੈਗਾ ਫਰਮ ਦਾ ਜਿਹੜਾ ਕਿ ਉਹਦਾ ਐਕਚੁਅਲ 'ਚ ਉਹ ਕਲੇਮ ਕਰ ਸਕਦਾ। ਇਹਨੂੰ ਆਪਾਂ ਸਮਝ ਲੈਂਦੇ ਹਾਂ ਕਿਵੇਂ ਹੈਗਾ। 4 ਫਿਲਟਰਸ ਨੇ ਬੇਸਿਕਲੀ। ਉੱਪਰੋਂ ਦੁੱਧ ਸੁੱਟਿਆ, ਫਿਲਟਰ ਹੁੰਦਾ ਥੱਲੇ ਪਿਓਰ ਦੁੱਧ ਆ ਗਿਆ, ਉਹ ਹੈ ਬਸ। ਠੀਕ ਹੈ, ਇੰਪਿਓਰਿਟੀ ਸਾਰੀ ਨਿਕਲ ਗਈਆਂ ਉਹਦੀਆਂ ਉੱਪਰ, ਥੱਲੋਂ ਪਿਓਰ ਮਿਲਕ ਜਿਹੜਾ ਹੈਗਾ ਉਹ ਥੱਲੇ ਆ ਗਿਆ। ਇੱਦਾਂ ਹੀ ਫਿਲਟਰ ਲਾਤੇ, ITC ਜਿਹੜਾ ਹੈਗਾ ਉਹ 'ਚ ਇੰਪਿਓਰਿਟੀਜ਼ ਨਿਕਲੀਆਂ, ਪਿਓਰ ITC ਜਿਹੜਾ ਹੈਗਾ ਜਿਹੜਾ ਕਲੇਮ ਕਰ ਸਕਦਾ ਲੀਗਲੀ, ਉਹ ਥੱਲੇ ਆ ਜਾਏਗਾ। ਠੀਕ ਹੈ, ਹੁਣ ਇਹਦੇ ਅੰਦਰ ਹੁਣ ਕਿਵੇਂ ਆਪਾਂ ਦੇਖਾਂਗੇ। ਟੋਟਲ ITC ਹੈ, ਟੋਟਲ ITC 'ਚੋਂ ਮਾਈਨਸ ਕਰਾਂਗੇ ਜਿਹੜਾ ਯੂਜ਼ ਹੋਇਆ ਹੈਗਾ ਫॉर नॉन ਬਿਜ਼ਨਸ ਪਰਪਸ, ਫॉर ਐਗਜ਼ੈਂਪਟ ਸਪਲਾਈਜ਼ ਐਂਡ ਇਨਐਲੀਜੀਬਲ ITC। ਉਹ ਇੱਕ ITC ਆ ਗਿਆ। ਹੁਣ ਉਸ ITC 'ਚੋਂ ਅਸੀਂ ਕੱਢਾਂਗੇ ਜਿਹੜਾ ITC ਹੈਗਾ ਐਕਸਕਲੂਸਿਵਲੀ ਫॉर द ਟੈਕਸੀਬਲ ਸਪਲਾਈ। ਠੀਕ ਹੈ, ਫਿਰ ਆਪਣੇ ਕੋਲ ਆ ਗਿਆ ਕਾਮਨ ITC, ਕਾਮਨ ਕ੍ਰੈਡਿਟ। ਇਹ ਕਾਮਨ ਕ੍ਰੈਡਿਟ ਯੂਜ਼ ਹੋਇਆ ਹੁਣ ਟੈਕਸੀਬਲ 'ਚ ਵੀ ਅਤੇ ਐਗਜ਼ੈਂਪਟ 'ਚ ਵੀ। ਇਹ 'ਚੋਂ ਫਿਰ ਐਗਜ਼ੈਂਪਟ ਵਾਲਾ ਪਾਸਾ ਕਿਵੇਂ ਕੱਢਾਂਗੇ। ਐਗਜ਼ੈਂਪਟ ਸਪਲਾਈਜ਼ ਦੀ ਟਰਨਓਵਰ, ਟੋਟਲ ਟਰਨਓਵਰ ਇਨਟੂ ਕਾਮਨ ਕ੍ਰੈਡਿਟ, ਜੋ ਰਿਜ਼ਲਟ ਆਇਆ ਉਹਨੂੰ ਫਿਰ ਕਾਮਨ ਕ੍ਰੈਡਿਟ 'ਚੋਂ ਕੱਢਾਂਗੇ, ਉਹਨੂੰ ਅਤੇ ਜਿਹੜੀ ਟੈਕਸੀਬਲ ਪਿਓਰ ਟੈਕਸੀਬਲ ਸਪਲਾਈਜ਼ ਨੇ ਉਹਨਾਂ ਦੋਨਾਂ ਨੂੰ ਐਡ ਕਰਾਂਗੇ ਤਾਂ ITC ਬਣੂਗਾ। ਮੈਂ ਦੁਬਾਰਾ ਇਹਨੂੰ ਐਕਸਪਲੇਨ ਕਰਦਾ। ਸਾਡੇ ਕੋਲ ਇੰਪਿਓਰ ਮਿਲਕ ਹੈ, ਅਸੀਂ ਇੰਪਿਓਰ ਮਿਲਕ ਨੂੰ ਕਈ ਸਟੇਜਸ 'ਚੋਂ ਲੰਘਾ ਕੇ ਪਿਓਰ ਮਿਲਕ ਪ੍ਰੋਡਿਊਸ ਕੀਤਾ। ਇੱਦਾਂ ਹੀ ਸਾਡੇ ਕੋਲ ਉੱਪਰ ਇੱਕ ITC ਦਾ ਪੂਰਾ ਉਹ ਹੈਗਾ ਜਿਸ 'ਚ ਸਹੀ ITC ਵੀ ਹੈ, ਗਲਤ ITC ਵੀ ਹੈ। ਉਹ 'ਚ ਕਈ ਤਰ੍ਹਾਂ ਦੇ ਅਸੀਂ ਫਿਲਟਰਸ ਲਾਵਾਂਗੇ, ਐਂਡ 'ਚ ਪਿਓਰ ITC ਆਊਗਾ। ਇਹ ਕਿੱਦਾਂ ਕੱਢਾਂਗੇ ਪਿਓਰ ITC। ਸਭ ਤੋਂ ਪਹਿਲਾਂ ਅਸੀਂ ਦੇਖਿਆ ਕਿ ਟੋਟਲ ਐਲੀਜੀਬਲ ITC ਕਿਹੜਾ। ਸੋ ITC 'ਚੋਂ ਜਿਹੜਾ ਕਿ ਉਹਦੀਆਂ ਪਰਸਨਲ ਸਪਲਾਈ ਸੀਗੀਆਂ, ਨॉन ਬਿਜ਼ਨਸ ਪਰਪਸ ਵਾਲੀਆਂ ਸੀਗੀਆਂ, ਜਿਹੜੀਆਂ ਐਕਸਕਲੂਸਿਵਲੀ ਐਗਜ਼ੈਂਪਟ ਸਪਲਾਈਜ਼ ਯੂਜ਼ ਹੋਈਆਂ ਉਹ, ਅਤੇ ਜਿਹੜੀਆਂ ਇਨਐਲੀਜੀਬਲ ਸੀਗੀਆਂ ਉਹ ਕੱਢਤੀਆਂ। ਠੀਕ ਹੈ, ਆਪਣੇ ਕੋਲ ਇੱਕ ਹੁਣ ITC ਆ ਗਿਆ ਜਿਹੜਾ ਕਿ ਇੱਕ ਤਰੀਕੇ ਨਾਲ ਪਹਿਲੀ ਸਟੇਜ ਨਾਲ ਥੋੜ੍ਹਾ ਜਿਹਾ ਪਿਓਰ ITC ਆ ਗਿਆ, ਥੋੜ੍ਹਾ ਜਿਹਾ ਪਹਿਲੀ ਪਿਛਲੀ ਨਾਲੋਂ ਥੋੜ੍ਹਾ ਸਾਫ਼ ਹੈ ਹੁਣ ITC। ਠੀਕ ਹੈ, ਹੁਣ ਇਸ ITC 'ਚੋਂ ਆਪਾਂ ਕੱਢਾਂਗੇ ਜਿਹੜਾ ਐਕਸਕਲੂਸਿਵਲੀ ਫॉर ਟੈਕਸੀਬਲ ਸਪਲਾਈਜ਼ ਹੈ, ਉਹ ਆ ਗਿਆ A। ਉਹ ਤਾਂ ITC ਸਹੀ ਹੈਗਾ ਹੀ ਹੈਗਾ। ਠੀਕ ਹੈ, ਹੁਣ ਜਿਹੜਾ ITC ਥੱਲੇ ਬਚਿਆ ਉਹ ਹੈਗਾ ਕਾਮਨ ਕ੍ਰੈਡਿਟ। ਕਾਮਨ ਕ੍ਰੈਡਿਟ ਮਤਲਬ ਕਿ ਇਹ ਉਹ ITC ਹੈ ਜਿਹਦੇ 'ਚੋਂ ਹੁਣ ਟੈਕਸੀਬਲ ਸਪਲਾਈਜ਼ ਵੀ ਬਣੀਆਂ ਨੇ ਅਤੇ ਐਗਜ਼ੈਂਪਟ ਸਪਲਾਈਜ਼ ਵੀ ਬਣੀਆਂ ਨੇ। ਇਹਦੇ ਵਿੱਚੋਂ ਹੀ ਹੁਣ ਐਗਜ਼ੈਂਪਟ ਸਪਲਾਈਜ਼ ਨੂੰ ਕੱਢਣਾ, ਅਤੇ ਕਿਵੇਂ ਕੱਢਾਂਗੇ। ਫਾਰਮੂਲਾ ਹੈਗਾ ਐਗਜ਼ੈਂਪਟ ਸਪਲਾਈ ਦੀ ਟਰਨਓਵਰ ਥੱਲੇ ਟੋਟਲ ਟਰਨਓਵਰ ਇਨਟੂ ਕਾਮਨ ਕ੍ਰੈਡਿਟ ਜਿਹੜਾ ਸੀਗਾ ਉਹ, ਜੋ ਰਿਜ਼ਲਟ ਆਇਆ ਉਹ ਹੈਗਾ ITC ਜਿਹੜਾ ਯੂਜ਼ ਹੋਇਆ ਐਗਜ਼ੈਂਪਟ ਸਪਲਾਈ ਵਾਲਾ। ਕਾਮਨ ਕ੍ਰੈਡਿਟ 'ਚੋਂ ਐਗਜ਼ੈਂਪਟ ਸਪਲਾਈ ਵਾਲਾ ਮਾਈਨਸ ਕਰਾਂਗੇ ਅਤੇ ਥੱਲੇ ਕੀ ਆਊਗਾ B ਜਿਹੜਾ ਹੈਗਾ ਆਪਣਾ ਅਨਦਰ ਫਾਰਮ ਆਫ ਪਿਓਰ ਕ੍ਰੈਡਿਟ। ਸੋ ਐਕਸਕਲੂਸਿਵ ITC ਜਿਹੜਾ ਯੂਜ਼ ਹੋਇਆ ਫॉर द ਸਪਲਾਈ ਆਫ ਟੈਕਸੀਬਲ ਸਪਲਾਈਜ਼ ਪਲੱਸ ਇਹਨਾਂ ਦੋਨਾਂ ਨੂੰ ਜਿਹੜਾ ਐਡ ਕਰਾਂਗੇ ਤਾਂ ਇਹ ਆਪਣਾ ਬਣੂਗਾ
ਜਿਹੜਾ ਐਲੀਜੀਬਲ ITC ਹੈਗਾ। ਹੁਣ ਤੁਸੀਂ ਕਰਨਾ ਕੀ ਹੈਗਾ, ਇੱਕ ਪੀਸ ਆਫ ਪੇਪਰ ਲਓ, ਵਾਈਟ ਪੇਪਰ, ਉੱਤੇ ਲਿਖੋ, ਮੈਂ ਤੁਹਾਨੂੰ ਲਿਖਾਉਣਾ, ਤੁਸੀਂ ਲਿਖੋ। ਪਹਿਲਾਂ ਲਿਖੋ ਟੋਟਲ ITC, ਬ੍ਰੈਕਟ 'ਚ ਲਿਖੋ ਪਿਓਰ ਪਲੱਸ ਇੰਪਿਓਰ ਜਾਂ ਲੀਗਲ ਪਲੱਸ ਇਲੀਗਲ। ਇਹਦੇ 'ਚੋਂ ਮਾਈਨਸ ਲਿਖੋ, ਮਾਈਨਸ ITC यूज फॉर पर्सनल पर्पजेस, माइनस ITC यूज्ड एक्सक्लूसिवली फॉर एग्जेम्प्ट सप्लाईज, माइनस इनएलिजिबल ITC। लिख लिया जी। ये जो जो ITC आया वो आया ITC 1। ਜਿਹੜਾ ਇਹ ITC 1 आया ਇਹਦੇ ਚੋਂ माइनस लिखो, माइनस ITC 1 ਚੋਂ माइनस किया ITC एक्सक्लूसिवली यूज्ड फॉर टैक्सेबल सप्लाई। ठीक है, ਇਹਦੇ 'ਚ ਆਇਆ ਥੱਲੇ ਲਿਖੋ, ਜਿਹੜਾ ਰਿਜ਼ਲਟ ਆਇਆ ਉਹ ਆਇਆ ਕਾਮਨ ਕ੍ਰੈਡਿਟ। ਜਿਹੜਾ ਕਾਮਨ ਕ੍ਰੈਡਿਟ ਆਇਆ ਇਹਦੇ 'ਚੋਂ ਆਪਾਂ ਕੱਢਣਾ ਹੁਣ ਕਿ ਐਗਜ਼ੈਂਪਟ ਸਪਲਾਈ ਵਾਲਾ ITC ਕਿਹੜਾ। ਉਹਦਾ ਫਾਰਮੂਲਾ ਹੈਗਾ ਐਗਜ਼ੈਂਪਟ ਸਪਲਾਈ ਅਪੋਨ ਟੋਟਲ ਟਰਨਓਵਰ ਇਨਟੂ ਦ ਕਾਮਨ ਕ੍ਰੈਡਿਟ। ਜਿਹੜਾ ਇਹਦਾ ਰਿਜ਼ਲਟ ਆਇਆ ਇਹ ਉਹ ITC ਹੈਗਾ ਜਿਹੜਾ ਯੂਜ਼ ਹੋਇਆ ਫॉर द ਐਗਜ਼ੈਂਪਟ ਸਪਲਾਈ। ਸੋ ਕਾਮਨ ਕ੍ਰੈਡਿਟ ਚੋਂ ਐਗਜ਼ੈਂਪਟ ਸਪਲਾਈ ਨੂੰ ਮਾਈਨਸ ਕਰਾਂਗੇ ਤਾਂ ਆਏਗਾ ਆਪਣੇ ਕੋਲ ITC 2। ਹੁਣ ITC ਐਲੀਜੀਬਲ ਕਿਹੜਾ ਹੈਗਾ, ITC 2 ਪਲੱਸ ਦ ITC ਯੂਜ਼ਡ ਐਕਸਕਲੂਸਿਵਲੀ ਫॉर ਮੇਕਿੰਗ ਦ ਟੋਟਲ ਟੈਕਸੇਬਲ ਸਪਲਾਈਜ਼। ਠੀਕ ਹੈ ਜੀ, ਇਹ ਆਪਣਾ ਆ ਗਿਆ ITC ਦਾ। ਹੁਣ ਆ ਗਿਆ ਕੈਪੀਟਲ ਗੁੱਡਸ 'ਚ ਆਪਾਂ ITC ਨੂੰ ਕਿਵੇਂ ਕੈਲਕੂਲੇਟ ਕਰਾਂਗੇ। ਕੈਪੀਟਲ ਗੁੱਡਸ ਦਾ ਜਿਹੜਾ ITC ਹੈਗਾ, ਜਿਹੜਾ ਪਰਸਨਲ ਯੂਜ਼ 'ਚ ਹੋਇਆ ਯੂਜ਼, ਉਹਦਾ ਅਲਾਊਡ ਹੀ ਨਹੀਂ ਹੈਗਾ, ਇਟ ਇਜ਼ ਨਾਟ ਅਲਾਊਡ। ਠੀਕ ਹੈ, ਫਿਰ ਹੈਗਾ ਕੈਪੀਟਲ ਗੁੱਡਸ ਯੂਜ਼ ਓਨਲੀ ਫॉर द ਐਗਜ਼ੈਂਪਟਡ ਸਪਲਾਈ, ਦੈਟ ਇਜ਼ ਆਲਸੋ ਨਾਟ ਅਲਾਊਡ। ਠੀਕ ਹੈ, ਮੈਂ ਦੁਬਾਰਾ ਰਿਪੀਟ ਕਰਦਾ, ਅਸੀਂ ਕੈਪੀਟਲ ਗੁੱਡਸ ਕਰ ਰਹੇ ਹਾਂ। ਕੈਪੀਟਲ ਗੁੱਡਸ ITC ਪਹਿਲਾਂ ਕੀਤਾ ਸੀ ਗੁੱਡਸ ਵਾਲਾ, ਗੁੱਡਸ ਐਂਡ ਸਰਵਿਸਿਜ਼ ਵਾਲਾ, ਹੁਣ ਆਪਾਂ ਕੈਪੀਟਲ ਗੁੱਡਸ ਤੇ ਆ ਰਹੇ। ਕੈਪੀਟਲ ਗੁੱਡਸ ਤੇ ਹੈਗਾ ਕਿ ਕੈਪੀਟਲ ਗੁੱਡਸ ਦੇ ਅੰਦਰ ਜਿਹੜਾ ਤਾਂ ਹੈਗਾ ਪਰਸਨਲ ਯੂਜ਼ ਵਾਸਤੇ ਯੂਜ਼ ਹੋਇਆ ਉਹ ਯੂਜ਼ ਨਹੀਂ, ਉਹ ਆਪਾਂ ਉਹਦਾ ਅਲਾਉ ਨਹੀਂ ਕਰਨਾ। ਮੰਨ ਲਓ ਬੰਦੇ ਨੇ ਫਰਿੱਜ ਰੱਖ ਲਿਆ ਜਾਂ ਫੋਨ ਲੈ ਲਿਆ ਪਰਸਨਲ ਯੂਜ਼ ਵਾਸਤੇ, ਉਹਦਾ ITC ਨਹੀਂ ਮਿਲਣਾ। ਦੂਸਰਾ ਐਗਜ਼ੈਂਪਟ ਸਪਲਾਈ ਵਾਸਤੇ, ਮੰਨ ਲਓ ਬੰਦੇ ਨੇ ਕੋਈ ਵੀ ਚੱਕੀ ਲਾ ਲਈ ਜਿਸ 'ਚੋਂ ਅਨਬ੍ਰਾਂਡਡ ਫਲੋਰ ਦੇ ਰਿਹਾ ਤਾਂ ਉਹ ਐਗਜ਼ੈਂਪਟਡ ਹੈ, ਤਾਂ ਉਹਦੇ ਉੱਤੇ ਉਹਨੂੰ ITC ਨਹੀਂ ਮਿਲਣਾ। ਤੀਸਰਾ ਹੈਗਾ ਕਿ ਕੈਪੀਟਲ ਗੁੱਡਸ ਯੂਜ਼ ਫॉर ਟੈਕਸੇਬਲ ਸਪਲਾਈ, ਉਹਦਾ ਮਿਲੂਗਾ। ਠੀਕ ਹੈ, ਹੁਣ ਅੱਗੇ ਹੈਗਾ, ਇਹ ਬੜਾ ਧਿਆਨ ਨਾਲ ਸੁਣਿਓ, ਜਿੱਥੇ ਹੁਣ ਮਿਕਸ ਹੈ, ਕੈਪੀਟਲ ਗੁੱਡ ਹੈ, ਉਹਦੇ 'ਚੋਂ ਟੈਕਸੇਬਲ ਅਤੇ ਐਗਜ਼ੈਂਪਟ ਦੋਵੇਂ ਵੀ ਨਿਕਲ ਰਹੀਆਂ ਸਪਲਾਈਜ਼। ਇਹ 'ਚੋਂ ਆਪਾਂ ਕਿਵੇਂ ਕਲੇਮ ਕਰਾਂਗੇ ਕਿ ਕਿੰਨਾ ITC ਦੇਣਾ। ਹੁਣ ਇਹਦੇ ਅੰਦਰ ਪਹਿਲਾਂ ਆਪਾਂ ਕੀ ਕਰਾਂਗੇ, ਆਪਾਂ ਇਹ ਅਸਿਊਮ ਕਰਾਂਗੇ ਕਿ ਜਿਹੜੀ ਉਹ ਕੈਪੀਟਲ ਗੁੱਡ ਹੈ ਉਹਦੀ ਉਮਰ ਹੈਗੀ ਹੈ 5 ਸਾਲ। ਠੀਕ ਹੈ, 5 ਸਾਲ ਉਮਰ ਹੈ ਤਾਂ ਜਿਹੜਾ ਉਹਨੇ ITC ਲਿਆ, ਉਹਦਾ ਜਦੋਂ ਉਹਨੇ ਪਰਚੇਜ਼ ਕੀਤੀ, ਜਿਹੜਾ ਉਹਨੇ ਪੈਸੇ ਦਿੱਤੇ, ਜਿਹੜਾ ਉਹਦਾ ITC ਨੂੰ ਕਲੇਮ ਲਿਆ, ਉਸ ITC ਨੂੰ ਡਿਵਾਈਡ ਕਰਾਂਗੇ 5 ਸਾਲ 'ਚ। 5 ਸਾਲ 'ਚ ਜੇ ਉਹਦੀ 1.5 ਕਰੋੜ ਤੋਂ ਉੱਪਰ ਹੈ ਟਰਨਓਵਰ ਤਾਂ ਉਹ ਹਰ ਮਹੀਨੇ ਟੈਕਸ ਭਰੂਗਾ, ਯਾਨੀ ਕਿ 5 ਸਾਲ ਹੀ ਨਹੀਂ ਹੋਏ, ਉਹ 60 ਮਹੀਨੇ ਹੋ ਗਏ। ਜੇ ਉਹ 1.5 ਕਰੋੜ ਥੱਲੇ ਟਰਨਓਵਰ ਹੈ ਤਾਂ ਉਹ ਕੁਆਟਰਲੀ ਭਰੂਗਾ, ਯਾਨੀ ਕਿ ਉਹ ਹੋ ਗਏ 20 ਟੈਕਸ ਪੀਰੀਅਡਸ ਹੋ ਗਏ। ਠੀਕ ਹੈ, ਪਹਿਲਾ ਪੁਆਇੰਟ ਕਲੀਅਰ ਹੋ ਗਿਆ। ਸੋ ਪਹਿਲਾਂ ਤਾਂ ITC ਨੂੰ ਡਿਵਾਈਡ ਕਰਾਂਗੇ ਬਾਏ 60, ਜੇ 1.5 ਕਰੋੜ ਤੋਂ ਉੱਪਰ ਹੈ ਟਰਨਓਵਰ। ਜੇ 1.5 ਕਰੋੜ ਥੱਲੇ ਹੈ ਤਾਂ ਡਿਵਾਈਡ ਕਰਾਂਗੇ ਬਾਏ 20। ਠੀਕ ਹੈ, ਇਹ ਆਪਣਾ ਆ ਗਿਆ ਕਿ ਉਸਨੇ ਹੁਣ ਇੱਕ ਟੈਕਸ ਪੀਰੀਅਡ 'ਚ ਕਿੰਨਾ ITC ਕਲੇਮ ਕਰ ਸਕਦਾ ਹੈ, ਮੈਕਸਿਮਮ ਆਫ ਦੈਟ ਕੈਪੀਟਲ ਗੁੱਡਸ। ਫਿਰ ਆਪਾਂ ਦੇਖਾਂਗੇ ਕਿ ਉਹਦਾ ਟਰਨਓਵਰ ਦਾ ਰੇਸ਼ੋ ਕੀ ਹੈ, ਐਗਜ਼ੈਂਪਟਡ ਦੀ ਅਤੇ ਟੋਟਲ ਦੀ। ਉਹਨੂੰ ਮਲਟੀਪਲਾਈ ਕਰਾਂਗੇ ਇਸ ਮਹੀਨੇ ਵਾਲੇ ਨਾਲ, ਉਹਦੇ 'ਚ ਨਿਕਲੂਗੀ ਆਪਣੀ ਕਿ ਉਸ ਕੈਪੀਟਲ ਜਿਹੜੀ ਗੁੱਡਸ ਹੈਗੀਆਂ ਨੇ, ਜਿਹੜਾ ITC ਹੈ ਉਹਦਾ ਕਿੰਨਾ ਕੰਪੋਨੈਂਟ ਐਗਜ਼ੈਂਪਟਡ ਯੂਜ਼ ਹੋ ਰਿਹਾ। ਉਸ ਐਗਜ਼ੈਂਪਟਡ ਵਾਲੇ ਕੰਪੋਨੈਂਟ ਨੂੰ ਟੋਟਲ ਜਿਹੜਾ ਮਹੀਨੇ ਵਾਲਾ ਸੀਗਾ ਉਹ 'ਚੋਂ ਮਾਈਨਸ ਕਰਾਂਗੇ ਜਾਂ ਕੁਆਟਰਲੀ ਉਹ 'ਚੋਂ ਮਾਈਨਸ ਕਰਾਂਗੇ, ਉਹ ITC ਉਹ ਯੂਜ਼ ਕਰ ਸਕਦਾ। ਆਪਾਂ ਇਹਨੂੰ ਹੁਣ ਦੁਬਾਰਾ ਚੰਗੀ ਤਰ੍ਹਾਂ ਸਮਝ ਲਈਏ, ਥੋੜ੍ਹਾ ਜਿਹਾ ਕੰਪਲੈਕਸ ਹੈਗਾ। ਕੈਪੀਟਲ ਗੁੱਡਸ ਪੜ੍ਹ ਰਹੇ ਹਾਂ, ਕੈਪੀਟਲ ਗੁੱਡਸ ਦਾ ITC ਕਿਵੇਂ ਕਲੇਮ ਹੋਣਾ। ਜੇ ਤਾਂ ਪਰਸਨਲ ਯੂਜ਼ ਵਾਸਤੇ ਹੈ ਤਾਂ ਨਹੀਂ ਮਿਲਣਾ। ਠੀਕ ਹੈ, ਜੇ ਹੈਗਾ ਫॉर ਟੋਟਲੀ ਐਗਜ਼ੈਂਪਟਡ ਸਪਲਾਈ ਵਾਸਤੇ ਤਾਂ ਵੀ ਨਹੀਂ ਮਿਲਣਾ। ਹੁਣ ਇੱਕ ਕੰਡੀਸ਼ਨ ਆ ਗਈ ਕਿ ਇੱਕ ਮਸ਼ੀਨ 'ਚੋਂ ਐਗਜ਼ੈਂਪਟਡ ਵੀ ਨਿਕਲ ਰਿਹਾ ਅਤੇ ਟੈਕਸੇਬਲ ਵੀ ਨਿਕਲ ਰਿਹਾ, ਫਿਰ ਕੀ ਕਰਾਂਗੇ।
ਪਹਿਲਾਂ ਦੇਖਾਂਗੇ ਉਹਦਾ ITC ਕਿੰਨਾ ਹੈ, ਫਿਰ ਦੇਖਾਂਗੇ ਫਰਮ ਜਿਹੜੀ ਹੈਗੀ ਹੈ ਉਹਦੀ ਟਰਨਓਵਰ ਕਿੰਨੀ ਹੈ, 1.5 ਕਰੋੜ ਤੋਂ ਉੱਪਰ ਹੈ ਕਿ 1.5 ਕਰੋੜ ਤੋਂ ਘੱਟ ਹੈ। ਜੇ 1.5 ਕਰੋੜ ਤੋਂ ਉੱਪਰ ਹੈ ਤਾਂ ਅਸੀਂ ਇਹ ਮੰਨਦੇ ਹਾਂ ਕੈਪੀਟਲ ਗੁੱਡ ਦੀ ਜਿਹੜੀ ਲਾਈਫ ਟਾਈਮ ਹੈਗੀ ਉਹ 5 ਸਾਲ ਹੈ। ਜੇ 1.5 ਕਰੋੜ ਤੋਂ ਵੱਧ ਹੈ ਡੈਟ ਮੀਨਸ ਕਿ 60 ਟੈਕਸ ਪੀਰੀਅਡ ਆਉਣਗੇ, 60 ਮਹੀਨੇ ਹੋ ਗਏ ਨਾ, ਮੰਥਲੀ ਟਰਨ ਭਰਨੀ ਹੈ, ਮੰਥਲੀ ਟੈਕਸ ਪੇ ਕਰਨਾ। ਜੇ 1.5 ਕਰੋੜ ਥੱਲੇ ਹੈ ਤਾਂ ਕੁਆਟਰਲੀ ਭਰੂਗਾ, ਕੁਆਟਰਲੀ ਵਾਸਤੇ ਆ ਗਏ 20 ਟੈਕਸ ਪੀਰੀਅਡਸ ਆ ਗਏ। ਤਾਂ ਪਹਿਲਾਂ ਤਾਂ ਆਪਾਂ ਇੱਕ ਟੈਕਸ ਪੀਰੀਅਡ ਕੱਢਾਂਗੇ ਕਿ ਇੱਕ ਟੈਕਸ ਪੀਰੀਅਡ 'ਚ ITC ਕਲੇਮ ਕਿੰਨਾ ਬਣਦਾ। ਉਹ ਕਿਵੇਂ ਹੋਊਗਾ, ਟੋਟਲ ITC ਜਿਹੜਾ ਹੈ ਕੈਪੀਟਲ ਗੁੱਡ ਦਾ ਡਿਵਾਈਡ ਬਾਈ 60 ਜਾਂ ਡਿਵਾਈਡ ਬਾਈ 20, 1.5 ਕਰੋੜ ਤੋਂ ਉੱਪਰ ਜਾਂ 1.5 ਕਰੋੜ ਥੱਲੇ। ਹੁਣ ਆਪਣੇ ਕੋਲ ਇੱਕ ਟੈਕਸ ਪੀਰੀਅਡ ਦਾ ITC ਕਲੇਮ ਆ ਗਿਆ, ਮੈਕਸਿਮਮ ਕਿੰਨਾ ਕਰ ਸਕਦਾ। ਫਿਰ ਆਪਾਂ ਦੇਖਾਂਗੇ ਕਿ ਐਗਜ਼ੈਂਪਟਿਡ ਔਨ ਟੋਟਲ ਦੀ ਰੇਸ਼ੋ ਕੀ ਹੈ, ਉਹ ਰੇਸ਼ੋ ਨੂੰ ਮਲਟੀਪਲਾਈ ਕਰਾਂਗੇ ਇਸ ਇੱਕ ਮਹੀਨੇ ਜਾਂ ਇੱਕ ਟੈਕਸ ਪੀਰੀਅਡ ਵਾਲੇ ITC ਨਾਲ। ਜਿੰਨਾ ਉਹ ਆਇਆ ਰਿਜ਼ਲਟ ਆਇਆ ਉਹ ਹੈਗਾ ਐਗਜ਼ੈਂਪਟਿਡ ਵਾਲਾ, ਉਹਨੂੰ ਟੋਟਲ ਤੋਂ ਮਾਈਨਸ ਕਰਾਂਗੇ, ਜਿਹੜਾ ਰਿਜ਼ਲਟ ਨਿਕਲੇ ਐਂਡ 'ਚ ਉਹ ਹੈਗਾ ITC ਜਿਹੜਾ ਉਹ ਕਲੇਮ ਕਰ ਸਕਦਾ। ਸਮਝ ਗਏ। ਹੁਣ ਆਪਾਂ ਆ ਗਏ ਕਿ ਇੱਕ ਕੋਈ ਚੀਜ਼ ਸੀਗੀ, ਕੋਈ ਕੈਪੀਟਲ ਗੁੱਡ ਸੀਗੀ ਜਿਹੜੀ ਪਹਿਲਾਂ ਪਰਸਨਲ ਯੂਜ਼ ਹੁੰਦੀ ਸੀਗੀ ਜਾਂ ਨਾਨ ਬਿਜ਼ਨਸ ਯੂਜ਼ ਹੁੰਦੀ ਸੀ, ਬਾਅਦ 'ਚ ਫਿਰ ਉਹ ਬਿਜ਼ਨਸ 'ਚ ਯੂਜ਼ ਹੋਣ ਲੱਗ ਗਈ। ਠੀਕ ਹੈ, ਇਹਦਾ ਆਪਾਂ ਕਿਵੇਂ ਕਰਾਂਗੇ, ਇਹਦਾ ਥੋੜ੍ਹਾ ਧਿਆਨ ਨਾਲ ਸਮਝੋ। ਹੈ ਸਿੰਪਲ ਹੈ ਪਰ ਥੋੜ੍ਹਾ ਜਿਹਾ ਟ੍ਰਿਕੀ ਹੈ। ਮੈਂ ਦੁਬਾਰਾ ਰਿਪੀਟ ਕਰਦਾ, ਕੰਡੀਸ਼ਨ ਕੀ ਆ ਗਈ, ਕੋਈ ਕੈਪੀਟਲ ਗੁੱਡਸ ਨੇ ਉਹ ਪਹਿਲਾਂ ਯੂਜ਼ ਹੋ ਰਹੇ ਸੀਗੇ ਫॉर ਪਰਸਨਲ ਯੂਜ਼ ਜਾਂ ਐਗਜ਼ੈਂਪਟ ਸਪਲਾਈ ਯੂਜ਼, ਬਾਅਦ 'ਚੋਂ ਬਿਜ਼ਨਸ 'ਚ ਆ ਗਏ। ਉਹਦਾ ਆਪਾਂ ਕਿਵੇਂ ਕੱਢਾਂਗੇ ਸਿਸਟਮ ਕਿ ਕਿੰਨਾ ITC ਕਿਵੇਂ ਅਵੇਲ ਕਰਨਾ। ਪਹਿਲਾਂ ਤਾਂ ਅਸੀਂ ਦੇਖਾਂਗੇ ਕਿ ਉਹਦੀ ਪਰਚੇਜ਼ ਕਦੋਂ ਦੀ, ਠੀਕ ਹੈ, ਪਰਚੇਜ਼ਿੰਗ ਡੇਟ ਕੀ ਹੈ, ਅਤੇ ਜਿਸ ਦਿਨ ਉਹ ਬਿਜ਼ਨਸ 'ਚ ਆਇਆ ਉਹ ਡੇਟ ਕੀ ਹੈ। ਉਹਨਾਂ ਦੋਨਾਂ 'ਚ ਦੇਖਾਂਗੇ ਕਿ ਕਿੰਨੇ ਕੁਆਟਰ ਆ ਗਏ ਹੈ, ਕੁਆਟਰ ਦੇਅਰ ਆਫ। ਠੀਕ ਹੈ, ਫਿਰ ਆਪਾਂ ਜਿੰਨਾ ITC ਸੀਗਾ ਉਹਦਾ ਪਰ ਕੁਆਟਰ 5% ITC ਘਟਾਵਾਂਗੇ। ਠੀਕ ਹੈ, ਮੰਨ ਲਓ ਆਪਾਂ ਫਰਜ਼ ਚੱਲੀਏ ਕਿ ਜਿਸ ਦਿਨ ਉਹ ਖਰੀਦੀ ਅਤੇ ਜਿਸ ਦਿਨ ਉਹ ਬਿਜ਼ਨਸ 'ਚ ਆਈ ਉਹ 'ਚ 8 ਕੁਆਟਰ ਦਾ ਗੈਪ ਹੈ, ਤਾਂ ITC ਮਾਈਨਸ ITC ਦਾ 5% ਇੰਟੂ 8 ਉਹ ਕੱਢਾਂਗੇ। ਉਹ ਜਿਹੜਾ ਆਇਆ ਉਹ ਆਇਆ ਉਹਦਾ ਹੁਣ ਕਿ ਇਹ ITC ਦੀ ਐਕਚੁਅਲ ਵੈਲਿਊ ਹੈ। ਠੀਕ ਹੈ, ਫਿਰ ਜੋ ਆਪਾਂ ਪਹਿਲਾਂ ਕੈਪੀਟਲ ਗੁੱਡਸ ਵਿੱਚ ਕੀਤਾ ਉਹ ਸੇਮ ਆਪਾਂ ਇਹਦੇ 'ਚ ਰੂਲ ਅਪਲਾਈ ਕਰਦਾ। ਮੈਂ ਦੁਬਾਰਾ ਰਿਪੀਟ ਕਰਦਾ, ITC ਆਫ ਕੈਪੀਟਲ ਗੁੱਡਸ ਆਪਾਂ ਹੁਣ ਕੀਤਾ ਹੈਗਾ, ਸਾਰਾ ਇੱਕ ਵਾਰ ਕੈਪ ਕਰ ਦਿੰਦੇ ਹਾਂ। ਜੇ ਤਾਂ ITC ਆਫ ਕੈਪੀਟਲ ਗੁੱਡਸ ਦੇ ਅੰਦਰ ਪਿਓਰਲੀ ਪਰਸਨਲ ਹੈ ਤਾਂ ਨਹੀਂ ਮਿਲਣਾ, ਪਿਓਰਲੀ ਐਗਜ਼ੈਂਪਟ ਹੈ ਤਾਂ ਨਹੀਂ ਮਿਲਣਾ। ਇੱਕ ਕੰਡੀਸ਼ਨ 'ਚ ਜਦੋਂ ਉਹ ਐਗਜ਼ੈਂਪਟ ਵੀ ਹੈ ਜਾਂ ਟੈਕਸੇਬਲ ਦੋਵੇਂ ਮਿਕਸ ਹੈ ਤਾਂ ਕਿਵੇਂ ਕਰਨਾ। ਪਹਿਲਾਂ ਆਪਾਂ ਦੇਖਿਆ ਕਿ ਨਵੀਂ ਕੈਪੀਟਲ ਗੁੱਡ ਹੈ, ਉਹਦੇ 'ਚ ਆਪਾਂ ਦੇਖਿਆ ਕਿ ਕੈਪੀਟਲ ਗੁੱਡ ਦਾ ITC ਕਿੰਨਾ। ਠੀਕ ਹੈ, ਫਿਰ ਦੇਖਿਆ ਕਿ ਟਰਨਓਵਰ ਕਿੰਨੀ ਹੈ ਬੰਦੇ ਦੀ, ਜੇ 1.5 ਕਰੋੜ ਤੋਂ ਵੱਧ ਹੈ ਡਿਵਾਈਡਡ ਬਾਈ 60, 1.5 ਕਰੋੜ ਤੋਂ ਘੱਟ ਹੈ ਡਿਵਾਈਡਡ ਬਾਈ 20, ਇੱਕ ਟੈਕਸ ਪੀਰੀਅਡ ਦੇ ਅੰਦਰ ਕਿੰਨਾ ਮੈਕਸਿਮਮ ਕਲੇਮ ਹੋ ਸਕਦਾ ਉਹ ਆ ਗਿਆ। ਉਹਨੂੰ ਆਪਾਂ ਡਿਵਾਈਡ ਕਰਾਂਗੇ ਮਲਟੀਪਲਾਈ ਕਰਾਂਗੇ ਵਿਦ ਰੇਸ਼ੋ ਆਫ ਐਗਜ਼ੈਂਪਟਿਡ ਔਨ ਟੋਟਲ ਟਰਨਓਵਰ, ਉਹ ਆ ਜੂਗੀ ਐਗਜ਼ੈਂਪਟਿਡ ਦੀ ITC ਕਿੰਨਾ, ਉਹ ਕਰਾਂਗੇ ਉਸ ਮੰਥਲੀ ਵਾਲੇ ਜਾਂ ਕੁਆਟਰਲੀ ਵਾਲੇ ਜੋ ਮਾਈਨਸ ਤਾਂ ਉਹ ਆਪਣਾ ਆ ਗਿਆ ਜਿਹੜਾ ਆਪਾਂ ਐਲੀਜੀਬਲ ITC ਹੈਗਾ। ਹੁਣ ਆਪਾਂ ਦੇਖੀਏ ਕੰਡੀਸ਼ਨ ਕਿ ਪਹਿਲਾਂ ਜਿਹੜੀ ਉਹ ਕੈਪੀਟਲ ਗੁੱਡ ਸੀ ਯੂਜ਼ ਹੋ ਰਹੀ ਸੀ ਪਰਸਨਲ ਵਾਸਤੇ, ਐਗਜ਼ੈਂਪਟਿਡ ਵਾਸਤੇ, ਫਿਰ ਇੱਕ ਪਰਟੀਕੂਲਰ ਪੀਰੀਅਡ ਤੋਂ ਬਾਅਦ ਉਹ ਯੂਜ਼ ਹੋਣ ਲੱਗੀ ਆਪਣੇ ਟੈਕਸੇਬਲ ਵਾਸਤੇ। ਫਿਰ ਉਹਦਾ ਕਿਵੇਂ ਕੱਢਾਂਗੇ, ਆਪਾਂ ਦੇਖਾਂਗੇ ਕਿ ਪਰਚੇਜ਼ ਅਤੇ ਉਸ ਦਿਨ 'ਚ ਗੈਪ ਕਿੰਨਾ, ਕਿੰਨੇ ਕੁਆਟਰ ਆ ਗਏ, ਕੁਆਟਰ ਔਰ ਪਾਰਟ ਦੇਅਰ ਆਫ। ਜਿੰਨੇ ਕੁਆਟਰ ਆਏ ITC ਦਾ 5% 19 ਵਾਰੀ ਉਹ 'ਚੋਂ ਘਟਾਵਾਂਗੇ। ਠੀਕ ਹੈ, ਜਿਹੜਾ ਉਹ ਐਂਡ ਰਿਜ਼ਲਟ ਆ ਗਿਆ ਉਹ ਹੁਣ ITC ਹੈਗਾ ਜਿਹੜਾ ਆਪਾਂ ਕਲੇਮ ਕਰ ਸਕਦੇ ਹਾਂ। ਫਿਰ ਸ਼ਰਤ ਇਹ ਹੈ ਕਿ ਉਹ ITC ਜਿਹੜਾ ਕਲੇਮ ਕਰਨਾ ਹੈਗਾ ਉਹ ਫਿਰ ਪਿਓਰਲੀ ਟੈਕਸੇਬਲ 'ਚ ਹੈ ਕਿ ਟੈਕਸੇਬਲ ਪਲੱਸ ਐਗਜ਼ੈਂਪਟ 'ਚ ਹੈ। ਫਿਰ ਉਸ ਤਰੀਕੇ ਨਾਲ ਪਹਿਲਾਂ ਜਿਹੜਾ ਫਾਰਮੂਲਾ ਕੀਤਾ ਉਹੀ ਫਾਰਮੂਲਾ ਅੱਗੇ ਚੱਲੂਗਾ। ਠੀਕ ਹੈ ਜੀ, ਇਹ ਥੋੜ੍ਹਾ ਜਿਹਾ ਟ੍ਰਿਕੀ ਸੀਗਾ ਪਰ ਇਹਨੂੰ ਧਿਆਨ ਨਾਲ ਸਮਝੋ। ਠੀਕ ਹੈ, ਇਹਨੂੰ ਨਾਲ ਜਿਵੇਂ ਮੈਂ ਪੜ੍ਹਿਆ ਆਈ ਰੀਅਲੀ want you to rewind it back and forth and write it on a piece of paper so the concept becomes clear to you. ਹੁਣ ਹੈਗਾ ਅਵੇਲੇਬਿਲਿਟੀ ਆਫ ITC ਫॉर द ਬੈਂਕਿੰਗ ਸੈਕਟਰ। ਉਹਦੇ 'ਚ ਕੀ ਹੈਗਾ, ਇਹਦੇ 'ਚ ਦੋ ਤਰੀਕੇ ਨੇ ਬੈਂਕਿੰਗ ਸੈਕਟਰ 'ਚ। ਇੱਕ ਤਾਂ ਹੈਗਾ ਕਿ ਉਹ ਬਿਲਕੁਲ ਤਰੀਕੇ ਨਾਲ ਆਪਣੇ ਐਗਜ਼ੈਂਪਟ ਸਪਲਾਈਜ਼ ਇਹ ਉਹ ਨੂੰ ਕੱਢਣ, ਐਲੀਜੀਬਲ ITC ਜਿਹੜਾ ਹੈਗਾ ਉਹਨੂੰ ਕਲੇਮ ਕਰ ਲੈਣ। ਦੂਸਰਾ ਹੈਗਾ ਇੱਕ ਉਹਨਾਂ ਨੂੰ ਈਜ਼ੀ ਫਾਰਮੂਲਾ ਦਿੱਤਾ ਤਾਂ ਕਿ ਕਾਊਂਟਿੰਗ 'ਚ ਔਖਾ ਨਾ ਹੋਵੇ, ਜਿੰਨਾ ਉਹਨਾਂ ਦਾ ਐਕਚੁਅਲ ਐਲੀਜੀਬਲ ITC ਹੈ ਉਹਦਾ 50% ਉਹ ਲੈ ਸਕਦੇ ਨੇ, 50% ਲੈਪਸ ਕਰ ਚੁੱਕੇ। ਠੀਕ ਹੈ, ਮੈਂ ਦੁਬਾਰਾ ਰਿਪੀਟ ਕਰਦਾ, ਦੋ ਤਰੀਕੇ ਨੇ। ਇੱਕ ਤਾਂ ਐਜ਼ ਪਰ ITC ਐਕਟ
ਜਿਵੇਂ ਮਿਲਦਾ ਉਹ ਸਾਰਾ ਤੁਸੀਂ ਫਾਰਮੂਲਾ ਲਾ ਲਓ, ਕੱਢ ਲਓ, ਤੁਸੀਂ ਕਲੇਮ ਕਰ ਲਓ। ਅਦਰਵਾਈਜ਼ ਜਿੰਨਾ ITC ਬਣਦਾ ਉਹਦਾ 50% ਲੈ ਲਓ, 50% ਲੈਪਸ ਹੋ ਜਾਏ। ਠੀਕ ਹੈ, ਇਹਦੀ ਮੈਂ ਲੈਂਗੁਏਜ ਪੜ੍ਹ ਦੇਣਾ। ਲੈਂਗੁਏਜ ਕੀ ਹੈਗੀ ਹੈ? ਐਜ਼ ਪਰ subsection 4 of section 17 of PGST Act 2017, Red Will Rule 38 of PGST Rules 2017, a banking company, a financial institution, including a non-banking financial company, engaged in the supply of services by way of deposits or extending loans and advances, has the option to either apportion the ITC between taxable and exempt supplies and avail, or they can avail every month an amount equal to 50% of the eligible ITC on inputs, capital goods and input services in that month, and the rest shall lapse. Okay, जो उसी कीता। Thus the banking company and financial institution shall follow the following procedure, namely, the said company and institution shall not avail the credit of ITC for the non-business purposes ਜਿਹੜਾ ineligible है, and restriction as per section 17 ਜੋ ਅੱਗੇ ਪੜਾਂਗੇ ਆਪਾਂ ਜਿਹੜੀ ਹੈਗੀਆਂ ਨੇ, and 50% of the remaining amount of ITC shall be the input tax credit admissible to the company for the institution. ਬਰੀਫ ਕੀ ਹੈਗਾ, ਬੈਂਕਿੰਗ ਕੰਪਨੀ ਹੈਗੀ ਹੈ ਤਾਂ ਉਹਨੂੰ ITC ਮਿਲੂਗਾ 50% ਆਫ ਦਾ ਐਲੀਜੀਬਲ ITC, ਜਾਂ ਉਹ ਆਪਣਾ ਸਾਰਾ ਜਿਹੜਾ ITC ਹੈਗਾ ਉਹਨੂੰ ਬਾਈਫਰਕੇਟ ਕਰ ਲੇ ਐਲੀਜੀਬਲ ਤੇ ਐਗਜ਼ੈਂਪਟ 'ਚੋਂ, ਅਤੇ ਉਸ ਐਗਜ਼ੈਂਪਟ ਨੂੰ ਕੱਢ ਕੇ ਐਲੀਜੀਬਲ ਵਾਲਾ ਲੈ ਲੇ, ਮਰਜ਼ੀ ਮਤਲਬ ਉਹਦੀ ਆਪਣੀ ਹੈ। ਜੇ 50% ਵਾਲਾ ਉਹਦਾ ਫਾਇਦਾ ਕੀ ਹੈ ਕਿ ਉਹਦੀ ਅਕਾਊਂਟਿੰਗ ਥੋੜ੍ਹੀ ਘੱਟ ਜਾਂਦੀ ਹੈ। ਇਟ ਇਜ਼ ਸੋਰਟ ਆਫ ਈਜ਼ ਆਫ ਡੂਇੰਗ ਬਿਜ਼ਨਸ 'ਚ ਆਪਾਂ ਇਹਨੂੰ ਲੈ ਕੇ ਆਉਂਦੇ ਹਾਂ। ਠੀਕ ਹੈ, ਹੁਣ ਆਪਾਂ ਕਰਦੇ ਹਾਂ ਨੈਗੇਟਿਵ ਲਿਸਟ ਕੀ ਹੈਗੀ ਹੈ ITC ਦੀ, ਸੈਕਸ਼ਨ 17 ਸਬਸੈਕਸ਼ਨ 5। ਇਹ ਥੋੜ੍ਹਾ ਜਿਹਾ ਕਨਫਿਊਜ਼ਿੰਗ ਹੈ, ਪਰ ਇਹਨੂੰ ਥੋੜ੍ਹਾ ਜਿਹਾ ਆਪਾਂ ਧਿਆਨ ਨਾਲ ਕਰਾਂਗੇ ਤਾਂ ਸਮਝ ਆ ਜਾਂਦਾ। ਠੀਕ ਹੈ, ਨੈਗੇਟਿਵ ਲਿਸਟ ਸੈਕਸ਼ਨ 17 ਸਬਸੈਕਸ਼ਨ 5। ਸਭ ਤੋਂ ਪਹਿਲਾਂ ਹੈਗੀ ਹੈ ਕਿ ਜਿਹੜੀਆਂ ਮੋਟਰ ਕਾਰਸ ਨੇ ਜਿਨ੍ਹਾਂ 'ਚ 13 ਤੋਂ ਘੱਟ ਦੀ ਸੀਟਿੰਗ ਕੈਪੈਸਿਟੀ ਹੈ, ਇੰਕਲੂਡਿੰਗ ਆਫ ਡਰਾਈਵਰ। ਮੈਂ ਪੜ੍ਹ ਦਿੰਦਾ ਲੈਂਗੁਏਜ ਕੀ ਹੈ। ਮੋਟਰ ਵਹੀਕਲ ਫॉर ट्रांसपोर्टेशन ऑफ पैसेंजर्स हैविंग अप्रूव्ड सीटिंग कैपेसिटी ऑफ नॉट मोर दैन 30% इंक्लूडिंग ड्राइवर। ये हैगा सैक्शन 17 सबसैक्शन 5 सबसैक्शन A। ਹੁਣ ਇਹ 'ਚ ITC ਦੀ ਐਕਸੈਪਸ਼ਨ ਕਿੱਥੇ ਕਿੱਥੇ ਲਾਓ, ਕਿੱਥੇ ਕਿੱਥੇ, ਜਾਂ ਤਾਂ ਉਹ ਯੂਜ਼ ਹੋ ਰਹੀ ਹੈ ਫॉर द ਸਪਲਾਈ, ਜਦੋਂ ਸੇਲ ਹੋਊਗੀ ਇੱਦਾਂ ਦੀ ਗੱਡੀ ਦੀ, ਉਹ ਤਾਂ ITC ਮਿਲੂਗਾ ਨਾ, ਸੇਲਸ ਤਾਂ ਮਿਲੂਗਾ, ਸੇਲ ਪਰਚੇਜ਼ ਦਾ। ਦੂਸਰਾ, ਜੇ ਟ੍ਰੇਨਿੰਗ ਹੋ ਰਹੀ ਹੈ ਤਾਂ ਮਿਲੂਗਾ। ਤੀਸਰਾ, ਜੇ ਪੈਸੇਂਜਰਸ ਦੀ ਉਹ ਹੈਗੀ ਹੈ ਆਪਣੀ ਇਨ ਦਾ ਫਰਦਰਨੈਸ ਆਫ ਬਿਜ਼ਨਸ ਯੂਜ਼ ਹੋ ਰਹੀ ਹੈ। ਠੀਕ ਹੈ ਨਾ। ਸੋ ਇਹਦੇ 'ਚ ਪਹਿਲਾ ਹੈਗਾ ਫਰਦਰ ਸਪਲਾਈ ਆਫ ਸੱਚ ਮੋਟਰ ਵਹੀਕਲ। ਸੈਕਿੰਡ ਇਜ਼ ਇੰਪਾਰਟਿੰਗ ਦ ਟ੍ਰੇਨਿੰਗ ਔਨ ਡਰਾਈਵਿੰਗ ਸੱਚ ਮੋਟਰ ਵਹੀਕਲ। ਥਰਡ ਹੈਗਾ ਕਿ ਜਦੋਂ ਉਹ ਫਰਦਰਨੈਸ ਆਫ ਬਿਜ਼ਨਸ ਯੂਜ਼ ਹੋ ਰਹੀ ਹੈ। ਠੀਕ ਹੈ, ਹੁਣ ਆਪਾਂ ਆ ਗਏ ਵੈਸਲਸ ਐਂਡ ਏਅਰਕ੍ਰਾਫਟਸ 'ਚ। ਵੈਸਲਸ ਐਂਡ ਏਅਰਕ੍ਰਾਫਟ, ਵੈਸਲ ਬੇਸਿਕਲੀ ਸ਼ਿਪਸ, ਨਾउ ਕਾਮਨ ਪਾਰਲੈਂਸ ਆਪਾਂ ਕਹਿੰਦੇ ਨੇ। ਵੈਸਲ ਐਂਡ ਏਅਰਕ੍ਰਾਫਟ ਇਹ ਹੈਗੇ ਨੇ 17 ਸੈਕਸ਼ਨ ਸਬਸੈਕਸ਼ਨ 5 ਸਬਸੈਕਸ਼ਨ AA। ਇਹਦੇ 'ਚ ਹੈਗਾ ਕਿ ਇਹਨਾਂ 'ਚ ਹੁਣ ਐਕਸੈਪਸ਼ਨਸ ਕਿਹੜੀਆਂ ਨੇ ਏਅਰਕ੍ਰਾਫਟ ਅਤੇ ਵੈਸਲਸ। ਨੰਬਰ 1, ਜਦੋਂ ਇਹਨਾਂ ਦੀ ਸਪਲਾਈ ਹੋਏਗੀ, ਸੋ ਸਪਲਾਈ ਆਫ ਏਅਰਕ੍ਰਾਫਟ ਐਂਡ ਵੈਸਲ ਦੇ ਅੰਦਰ ITC ਮਿਲੇਗਾ। ਦੂਸਰਾ, ਟ੍ਰੇਨਿੰਗ ਹੋਏਗੀ, ਜਦੋਂ ਟ੍ਰੇਨਿੰਗ ਜਿਵੇਂ training to fly the aircraft or to how to sail the vessel, वो होएगा। ठीक है, ट्रांसपोर्टेशन ऑफ पैसेंजर्स, ट्रांसपोर्टेशन ऑफ गुड्स। ठीक है, तो लास्ट है अपना जदों इन्हां दी ट्रांसपोर्टेशन ऑफ पैसेंजर, ट्रांसपोर्टेशन ऑफ गुड्स, ट्रेनिंग ऑफ नैविगेशन ऑफ सच वैसल्स, ट्रेनिंग ऑफ फ्लाइंग ऑफ सच एयरक्राफ्ट्स एंड सप्लाई ऑफ सच वैसल्स एंड एयरक्राफ्ट्स, जो आप कर चुके हैं। हुण पहले दोनों आप एक बार रिवाइंड कर लिए की है। ਆਪਾਂ ਕਰ ਰਹੇ ਹਾਂ ਸੈਕਸ਼ਨ 17 ਸਬਸੈਕਸ਼ਨ 5। ਪਹਿਲਾਂ ਆਪਾਂ ਕੀਤਾ ਕਿ ਉਹ ਗੱਡੀਆਂ ਜਿਨ੍ਹਾਂ ਦੇ ਅੰਦਰ 13 ਜਾਂ 13 ਤੋਂ ਘੱਟ ਦੀ ਅਪਰੂਵਡ ਸੀਟਸ ਸੀਟਿੰਗ ਕੈਪੈਸਿਟੀ ਹੈ, ਇੰਕਲੂਡਿੰਗ ਡਰਾਈਵਰ। ਉਹਦੇ 'ਚ ਆਪਾਂ ਐਕਸੈਪਸ਼ਨ ਕੀਤੀ, ਇੱਕ ਤਾਂ ਫਰਦਰਨੈਸ ਆਫ ਬਿਜ਼ਨਸ ਵਾਲੀ, ਇੱਕ ਆਪਾਂ ਕੀਤੀ ਜਿਹੜੀ ਹੈਗੀ ਹੈ ਆਪਣੀ ਵਾਟ ਯੂ ਕਾਲ ਦੈਟ ਸਪਲਾਈ ਜਦੋਂ ਹੋਏਗੀ ਇਹਨਾਂ ਗੱਡੀਆਂ ਦੀ, ਉਹ ਤਾਂ ਹੋਏਗਾ। ਥਰਡ, ਟ੍ਰੇਨਿੰਗ ਪਰਪਜ਼ ਜਦੋਂ ਹੋਏਗਾ। ਠੀਕ ਹੈ, ਟ੍ਰੇਨਿੰਗ ਸਰਵਿਸ। ਫਿਰ ਆਪਾਂ ਕੀਤੀ ਏਅਰਕ੍ਰਾਫਟ ਐਂਡ ਵੈਸਲ। ਉਹਦੇ 'ਚ ਆ ਗਿਆ ਟ੍ਰੇਨਿੰਗ ਫॉर ਵੈਸਲ ਨੈਵੀਗੇਸ਼ਨ, ਟ੍ਰੇਨਿੰਗ ਫॉर ਫਲਾइंग ऑफ एयरक्राफ्ट, सप्लाई ऑफ बोथ ऑफ दीज, ट्रांसपोर्टेशन ऑफ गुड्स, ट्रांसपोर्टेशन ऑफ पैसेंजर्स। दैन आ गई सर्विस ऑफ जनरल इंश्योरेंस, सर्विसिंग, रिपेयर एंड मेनटेनेंस इन सो फार एज दे रिलेट टू मोटर व्हीकल, वैसल्स एंड एयरक्राफ्ट, ਜਿਹੜੇ ਪਹਿਲਾਂ ਆਪਾਂ ਕੀਤੇ। ਹੁਣ ਇਹਦੇ 'ਚ ਇੱਕ ਤਾਂ ਜਿਹੜੀਆਂ ਪਹਿਲਾਂ ਆਪਾਂ ਐਕਸੈਪਸ਼ਨਸ ਆਈਆਂ ਉਹਨਾਂ 'ਚ
ਮਿਲੂਗਾ ਆਈਟੀਸੀ, ਜਾਂ ਮਿਲੂਗਾ ਜਿਹੜੇ ਬੰਦੇ ਇਹਨਾਂ ਨੂੰ ਮੈਨੂਫੈਕਚਰ ਕਰ ਰਹੇ ਨੇ, ਜਾਂ ਜਨਰਲ ਇੰਸ਼ੋਰੈਂਸ ਵਾਲਾ ਜਿਹੜਾ ਬਿਜ਼ਨਸ ਹੀ ਹੈ। ਮੈਂ ਲੈਂਗੁਏਜ ਪੜ੍ਹ ਦਿੰਦਾ ਤੁਹਾਨੂੰ। Service of general insurance servicing, repair, maintenance in so far as they relate to the motor vehicle, vessels and aircraft referred to above subsection 5A and B. However, ITC of such service shall be available if the motors, vessels and aircraft are used for purposes specified above. Also, the ITC of such services shall be available if they are received by a taxable person who is engaged in the manufacture of such motor vehicles, vessels and aircrafts, in supply of general insurance service in respect of such motor vehicles, vessels and aircrafts insured by him. Clear ਹੈ ਜੀ? ਸੋ ਪਹਿਲਾਂ ਆਪਾਂ ਕੀਤਾ 13 ਜਾਂ 13 ਤੋਂ ਘੱਟ ਸੀਟਿੰਗ ਕਪੈਸਿਟੀ ਵਾਲੀਆਂ ਪੈਸੇਂਜਰ ਵਹੀਕਲਸ, ਉਹਦੇ 'ਚ ਆਪਾਂ ਦੇਖ ਲਿਆ ਕਿ ਉਹ 'ਚ ਐਕਸੈਪਸ਼ਨਸ ਕੀ ਨੇ। ਫਿਰ 에ਅਰਕ੍ਰਾਫਟ ਜਾਂ ਵੈਸਲ ਕਰ ਲਿਆ। ਫਿਰ ਪਹਿਲੀਆਂ ਦੋ ਜਿਹੜੀਆਂ ਪੜ੍ਹੀਆਂ ਆਪਾਂ, 에ਅਰਕ੍ਰਾਫਟ ਵੈਸਲ ਤੇ ਉਹ ਜਿਹੜੀਆਂ 13 ਸੀਟਾਂ ਵਾਲੀਆਂ ਜਿਹੜੀਆਂ ਗੱਡੀਆਂ ਸੀਗੀਆਂ, ਉਹਨਾਂ ਦੀ ਜਨਰਲ ਇੰਸ਼ੋਰੈਂਸ, ਮੇਨਟੇਨੈਂਸ ਐਂਡ ਰਿਪੇਅਰ, ਉਹ 'ਚ ਆਪਾਂ ਐਕਸੈਪਸ਼ਨਸ ਕਰ ਲਈਆਂ। ਐਕਸੈਪਸ਼ਨ ਜਿਹੜੀਆਂ ਪਹਿਲਾਂ ਅੱਗੇ ਐਕਸੈਪਸ਼ਨਸ ਨੇ ਉਹਨਾਂ ਨੂੰ ਆਈਟੀਸੀ ਮਿਲੂਗਾ, ਪਲੱਸ ਜਿਹੜੇ ਇਹਨਾਂ ਨੂੰ ਮੈਨੂਫੈਕਚਰ ਕਰ ਰਹੇ ਨੇ, ਜਾਂ ਜਿਹੜਾ ਬੰਦਾ ਜਨਰਲ ਇੰਸ਼ੋਰੈਂਸ ਵਾਲਾ ਜਿਹੜਾ ਐਕਸਕਲੂਸਿਵਲੀ ਇਹਨਾਂ ਦੀ ਇੰਸ਼ੋਰੈਂਸ ਕਰ ਰਿਹਾ। ਠੀਕ ਹੈ। ਫਿਰ ਹੈਗੀਆਂ ਨੇ ਅੱਗੇ ਤਿੰਨ ਨੇ, ਉਹਨਾਂ ਨੂੰ ਤਿੰਨਾਂ ਨੂੰ ਇਕੱਠੇ ਪੜ੍ਹਾਂਗੇ ਆਪਾਂ, ਕਿਉਂਕਿ ਉਹਨਾਂ ਦੀ ਕਲੱਬਿੰਗ, ਕਿਉਂਕਿ ਉਹਨਾਂ ਦੀ ਕੰਡੀਸ਼ਨ ਸੇਮ ਆ ਜਾਂਦੀ ਅੱਗੇ। ਠੀਕ ਹੈ। ਪਹਿਲਾ ਹੈਗਾ ਫੂਡ, ਬੈਵਰੇਜ, ਆਊਟਡੋਰ ਕੈਟਰਿੰਗ, ਬਿਊਟੀ ਟਰੀਟਮੈਂਟ, ਹੈਲਥ ਸਰਵਿਸਿਜ਼, ਕਾਸਮੈਟਿਕ, ਪਲਾਸਟਿਕ ਸਰਜਰੀ, ਲੀਜ਼ਿੰਗ, renting and hiring of motor vehicles, vessels, aircraft referred to in clause AA except when used for purpose specified therein, life insurance and health insurance. ਹੁਣ ਇਹਦੇ 'ਚ ਕੀ ਕਹਿੰਦੇ ਨੇ, ITC of such services shall be available where an inward supply of such service, such goods or both is used by a registered person for making an outward supply of such service, same category of goods and services of both as an element of taxable composite or mixed supply. ਇਹਨੂੰ ਧਿਆਨ ਨਾਲ ਕਰਨਾ। ਮੈਂ ਤੁਹਾਨੂੰ ਦੁਬਾਰਾ ਹੌਲੀ ਹੌਲੀ ਬੋਲਦਾ, ਧਿਆਨ ਨਾਲ ਸਮਝੋ। ਜਿਹੜਾ ਚੌਥਾ ਪੁਆਇੰਟ ਉਹ ਕੀ ਹੈ? ਪਹਿਲੇ ਤਿੰਨ ਪੁਆਇੰਟ ਤਾਂ ਕਲੀਅਰ ਹੋ ਗਏ ਨਾ। ਪਹਿਲਾਂ ਤਾਂ ਅਪ ਟੂ 13 ਸੀਟਸ ਵਾਲੀ ਵਹੀਕਲ, ਫਿਰ 에ਅਰਕ੍ਰਾਫਟ ਵੈਸਲ ਤੇ 에ਅਰਕ੍ਰਾਫਟ ਵੈਸਲ ਤੇ ਅਪ ਟੂ 13 ਵਾਲਿਆਂ ਦੀ ਰਿਪੇਅਰ, ਮੇਨਟੇਨੈਂਸ, ਸਰਵਿਸਿੰਗ ਐਂਡ ਇੰਸ਼ੋਰੈਂਸ। ਹੁਣ ਚੌਥਾ ਪੁਆਇੰਟ ਹੈ, ਇਹ 'ਚ ਹੈਗਾ ਫੂਡ ਐਂਡ ਬੈਵਰੇਜ, ਆਊਟਡੋਰ ਕੇਟਰਿੰਗ, ਬਿਊਟੀ ਟਰੀਟਮੈਂਟ, ਹੈਲਥ ਸਰਵਿਸਿਜ਼, ਕਾਸਮੈਟਿਕ, ਪਲਾਸਟਿਕ ਸਰਜਰੀਜ਼, ਲੀਜ਼ਿੰਗ, ਰੈਂਟਿੰਗ ਐਂਡ ਹਾਇਰਿੰਗ ਆਫ ਮੋਟਰ ਵਹੀਕਲਸ, ਵੈਸਲਸ ਐਂਡ 에ਅਰਕ੍ਰਾਫਟਸ ਜਿਹੜੀਆਂ ਪਹਿਲਾਂ ਰੈਫਰ ਹੋਈਆਂ ਸੀਗੀਆਂ, ਐਕਸੈਪਟ ਫॉर द ਪਰਪਸ, ਉਹ ਵੀ ਪਹਿਲਾਂ ਐਕਸੈਪਟ ਦੇ ਪਰਪਸ ਆ ਗਈ, ਲਾਈਫ ਇੰਸ਼ੋਰੈਂਸ ਐਂਡ ਹੈਲਥ ਇੰਸ਼ੋਰੈਂਸ। ਹੁਣ ਇਹ 'ਚ ਮਿਲੂਗਾ ਕਦੋਂ? ITC of such service shall be available where the inward supply of such service or service, goods or service of both, is used by a registered person for making an outward taxable supply of the same category of goods and services of both or as an element of taxable composite or mixed supply. ਹੁਣ ਇਹਦੇ 'ਚ ਇੱਕ ਬੰਦੇ ਨੇ, ਇੱਕ XYZ ਮੋਟਰ ਕੰਪਨੀ ਹੈ, ਉਹਨੇ ABC ਮੋਟਰ ਕੰਪਨੀ ਤੋਂ ਗੱਡੀ ਹਾਇਰ ਕੀਤੀ, ਕਰਨ ਕੀ ਵਾਸਤੇ? ਪੈਸੇਂਜਰਸ ਨੂੰ ਟਰਾਂਸਪੋਰਟੇਸ਼ਨ ਵਾਸਤੇ ਉਹਨੇ ਯੂਜ਼ ਕੀਤੀ, ਤਾਂ ਉਸ ਸਰਵਿਸ ਨੂੰ ITC ਮਿਲੂਗਾ, ਕਿਉਂਕਿ ਉਹਨੇ ITC ਜਿਹੜਾ ਪੇ ਕੀਤਾ ਮਿਲੂਗਾ, ਕਿਉਂਕਿ ਉਹਨੇ ਉਹਦਾ ਐਲੀਮੈਂਟ ਚੇਂਜ ਨਹੀਂ ਕੀਤਾ। ਇਹਦੇ 'ਚ ਇਹ ਚੀਜ਼ ਕਹਿ ਰਹੇ ਨੇ, ITC of services shall be available where the inward supply of such goods and services or both is used by a registered person for making an outward taxable supply of the same category of goods or services of both as an element of taxable composite or mixed supply. Clear? Then next exemption है कि membership of club. जे कंपनी ने डायरेक्टर की membership of club पे की थी तो ITC नहीं मिली, ठीक है। Then next है travel benefit extended to the employees on vacation such as leave or home travel concessions, ठीक है। ਜਿਹੜੇ ਟਰੈਵਲ ਬੈਨੀਫਿਟਸ ਦਿੰਦੇ ਨੇ ਇੰਪਲੋਇਰ ਦਿੰਦਾ ਇੰਪਲੋਈ ਨੂੰ, ਉਹਦੇ ਉੱਤੇ ਉਹਨੂੰ ITC ਨਹੀਂ ਮਿਲੂਗਾ। ਹੁਣ ਇਹਦੇ 'ਚ ਇੱਕ ਬੜੀ ਵਧੀਆ ਕੰਡੀਸ਼ਨ ਹੈ, ਜਿਹੜਾ ਆਪਾਂ 4, 5 ਤੇ 6 ਪੁਆਇੰਟ ਕੀਤਾ। ਚੌਥਾ ਪੁਆਇੰਟ ਸੀਗਾ ਕੇਟਰਿੰਗ, ਹਾਇਰ ਲੈਂਡਿੰਗ ਆਫ ਵਹੀਕਲਸ ਅਤੇ ਆਪਣਾ ਫੂਡ ਐਂਡ ਬੈਵਰੇਜ, ਬਿਊਟੀ ਟਰੀਟਮੈਂਟਸ ਵਗੈਰਾ। 5th ਸੀਗਾ ਕਲੱਬ ਮੈਂਬਰਸ਼ਿਪ ਵਗੈਰਾ। 6th ਸੀਗਾ ਜਿਹੜਾ ਟਰੈਵਲ ਬੈਨੀਫਿਟਸ ਨੇ। ਜੇ ਗਵਰਨਮੈਂਟ ਕੰਪਲਸਰੀ ਕਰਦੀ ਹੈ ਫॉर ਅ ਕਲਾਸ ਆਫ ਇੰਪਲੋਇਰ ਐਂਡ ਇੰਪਲੋਈ ਕਿ ਤੁਹਾਨੂੰ ਇਹਨਾਂ ਕਲਾਸ ਇੰਪਲੋਇਰਸ ਨੂੰ, ਆਪਣੇ ਇਹਨਾਂ ਇੰਪਲੋਈਜ਼ ਨੂੰ ਇਹ ਸਰਵਿਸਿਜ਼ ਦੇਣੀਆਂ ਹੀ ਪੈਣੀਆਂ ਕੰਪਲਸਰੀਲੀ, ਤਾਂ ਫਿਰ ਉਹ ITC ਵੀ ਮਿਲੂਗਾ। ਮੈਂ ਲੈਂਗੁਏਜ ਕੀ ਹੈਗੀ ਹੈ। It may be noted that the ITC in respect of the items detailed in para 4, 5 and 6 above would be available if the same are made obligatory for an employer to provide to its employee by the government under any current law in force. समझ आ गया जी?
ਹੁਣ ਉਸ ਤੋਂ ਬਾਅਦ ਵਰਕ ਕੰਟਰੈਕਟ ਸਰਵਿਸ ਟੂ ਦ ਐਕਸਟੈਂਟ ਆਫ ਕੈਪੀਟਲਾਈਜੇਸ਼ਨ। ਇਹਦੇ 'ਚ ਕੀ ਮੈਂ ਤੁਹਾਨੂੰ ਦੱਸਦਾ ਕੀ ਹੈਗਾ। ਇੱਕ ਕੰਪਨੀ ਹੈ, ਉਹ ਆਪਣੀ ਬਿਲਡਿੰਗ ਬਣਾ ਰਹੀ ਹੈ ਅਤੇ ਉਹਨੇ ਵਰਕ ਕੰਟਰੈਕਟ ਦਿੱਤਾ ਕਿਸੇ ਨੂੰ, ਤਾਂ ਉਹਦਾ ਕੋਈ ITC ਨਹੀਂ ਮਿਲਣਾ। ਪਰ ਜਿਹੜਾ ਉਹ ਵਰਕ ਕੰਟਰੈਕਟਰ ਹੈ, ਉਹਨੇ ਆਪਣਾ ਕੰਮ ਸਬਲੈਟ ਕਰਤਾ ਕਿਸੇ ਹੋਰ ਵਰਕ ਕੰਟਰੈਕਟਰ ਨੂੰ, ਤਾਂ ਉਸ ਸਰਵਿਸ ਦਾ ਉਹਨੂੰ ਉਸ ਕੰਟਰੈਕਟਰ ਨੂੰ ਵਰਕ ਕੰਟਰੈਕਟਰ ਨੂੰ ITC ਮਿਲੂਗਾ। ਮੈਂ ਤੁਹਾਨੂੰ ਪੰਜਾਬੀ ਦੱਸਦਾ, ਮੈਂ ਤੁਹਾਨੂੰ ਲੈਂਗੁਏਜ ਦੱਸ ਦੇਣਾ ਕੀ ਹੈਗਾ। ਵਰਕ ਕੰਟਰੈਕਟ ਸਰਵਿਸ ਟੂ ਦ ਐਕਸਟੈਂਟ ਆਫ ਕੈਪੀਟਲਾਈਜੇਸ਼ਨ, Section 17(5) subsection C. However, ITC of such service shall be made available if where it is an input service for further supply of work contract service। समझ आ गया। एग्जाम्पल ਤੁਹਾਨੂੰ ਪੜ੍ਹ ਦੇਣਾ। एग्जाम्पल ਕੀ ਹੈ ਕਿ ਇੱਕ XYZ ਕੰਟਰੈਕਟਰ ਹੈ, ਉਹ ਇੱਕ ਇਮੂਵੇਬਲ ਪ੍ਰੋਪਰਟੀ ਬਣਾ ਰਿਹਾ 123 ਲਿਮਿਟਿਡ, ਤਾਂ 123 ਲਿਮਿਟਿਡ ਨੂੰ ਦਾ ਕੋਈ ITC ਨਹੀਂ ਮਿਲਣਾ। ਪਰ XYZ ਕੰਟਰੈਕਟਰ ਨੇ ਅੱਗੇ ਕੋਈ ਕੰਟਰੈਕਟਰ ਕਰ ਲਿਆ, ਤਾਂ ਉਹਨੇ ਜਿਹੜੀ ਉਹਨੂੰ ਸਰਵਿਸਿਜ਼ ਵਾਸਤੇ ਪੇ ਕੀਤਾ, ਉਹ ਉਹਦਾ ITC ਲੈ ਸਕਦਾ। ਕਲੀਅਰ। ਦੈਨ ਗੁਡਸ ਐਂਡ ਸਰਵਿਸਿਜ਼ ਫॉर ਦ ਕੰਸਟਰਕਸ਼ਨ ਆਫ ਇਮੂਵੇਬਲ ਪ੍ਰੋਪਰਟੀ। ਗੁਡਸ ਐਂਡ ਸਰਵਿਸਿਜ਼ ਫॉर ਕੰਸਟਰਕਸ਼ਨ ਆਫ ਇਮੂਵੇਬਲ ਪ੍ਰੋਪਰਟੀ, ਇਹ 'ਚ ਮੋਟਾ ਕੀ ਹੈ, ਇੱਕ ਫਰਮ ਨੇ ਆਪਣਾ ਇੱਕ ਦਫ਼ਤਰ ਬਣਾਇਆ, ਤਾਂ ਉਹਨੂੰ ITC ਨਹੀਂ ਮਿਲੂਗਾ। ਪਰ ਜਿੱਥੇ ਪਲਾਂਟ ਐਂਡ ਮਸ਼ੀਨਰੀ ਹੈ, ਉਹਦਾ ITC ਮਿਲੂਗਾ। ਪੰਜਾਬੀ 'ਚ ਜਿਸਟ ਇਹ ਹੈ। ਹੁਣ ਪੜ੍ਹ ਲੈਂਦੇ ਹਾਂ ਕੀ ਹੈਗਾ। ਇਹ ਹੈਗਾ ਸੈਕਸ਼ਨ 15, ਸੈਕਸ਼ਨ 17, ਸਬਸੈਕਸ਼ਨ 5, ਸਬਸੈਕਸ਼ਨ D। No ITC is available for the goods and services or construction of an immovable property to the extent of capitalization, but this restriction does not apply to plant and machinery. ITC is available on inputs used to manufacture plants and machinery for own use। ਹੁਣ ਇਹ 'ਚ ਐਗਜ਼ਾਮਪਲ ਕੀ, ਕਿਸੇ ਇੰਡਸਟਰੀ ਨੇ ਆਪਣੀ ਕੋਈ ਆਫਿਸ ਬਿਲਡਿੰਗ ਬਣਾਈ ਫॉर ਹੈਡਕੁਆਟਰਸ, ਉਹਨੂੰ ਕੈਪੀਟਲਾਈਜ਼ ਕਰ ਲਿਆ ਬੁੱਕਸ, ਪਰ ਉਹਦਾ ITC ਨਹੀਂ ਮਿਲਣਾ। ਉਸੇ ਕੰਪਨੀ ਨੇ ਜਦੋਂ ਬਲਾਸਟ ਫਰਨੈਸ ਲਾਈ ਟੂ ਮੈਨੂਫੈਕਚਰ ਦ ਸਟੀਲ, ਤਾਂ ਉਹਦਾ ਉਹਨੂੰ ITC ਮਿਲੂਗਾ। ਕਲੀਅਰ ਹੈ। ਦੈਨ ਗੁਡਸ ਐਂਡ ਸਰਵਿਸਿਜ਼ ਔਰ ਬੋਥ ਔਨ ਵਿਚ ਟੈਕਸਿਸ ਪੇਡ ਅੰਡਰ ਸੈਕਸ਼ਨ 10 ਕੰਪੋਜੀਸ਼ਨ, ਉਹਦਾ ITC ਨਹੀਂ ਮਿਲਣਾ, ਬਟ ਆਬਵੀਅਸ ਹੈ ਨਾ। ਦੈਨ ਗੁਡਸ ਐਂਡ ਸਰਵਿਸਿਜ਼ ਆਫ ਦ ਨਾਨ ਰੈਜ਼ੀਡੈਂਟ ਟੈਕਸੇਬਲ ਪਰਸਨ, ਨਾਨ ਰੈਜ਼ੀਡੈਂਟ ਟੈਕਸੇਬਲ ਪਰਸਨ ਨੂੰ ITC ਮਿਲਣਾ ਹੈ ਸਿਰਫ ਜੇ ਉਹਨੇ ਕੋਈ ਇੰਪੋਰਟ ਕੀਤੀ ਹੈ ਗੁਡਸ, ਠੀਕ ਹੈ, ਅਦਰਵਾਈਜ਼ ਉਹਨੂੰ ਉਹਦਾ ਨਹੀਂ ਮਿਲਣਾ। So goods and services both received by non-resident person except on the goods imported by him, ਉਹਦਾ ਉਹਨੂੰ ਮਿਲੂਗਾ, ਅਦਰਵਾਈਜ਼ ਉਹਨੂੰ ਕਿਸੇ ਚੀਜ਼ ਦਾ ITC ਨਹੀਂ ਮਿਲੇਗਾ। Then goods and services are both for the personal consumption, ਉਹਦਾ ਨਹੀਂ ਮਿਲਣਾ, but obvious ਹੈ। Goods lost, stolen, destroyed, written off, disposed of by way of gift and free sample, ਉਹਦਾ ਉਹਨੂੰ ITC ਨਹੀਂ ਮਿਲਣਾ। ਠੀਕ ਹੈ। ਹੁਣ ਇਹ 12 ਕੰਡੀਸ਼ਨ ਨੇ, ਆਪਾਂ 12 ਨੂੰ ਫਟਾਫਟ ਦੁਬਾਰਾ ਰਿਵਾਈਜ਼ ਕਰ ਲੈਂਦੇ ਹਾਂ, ਫਿਰ ਆਪਾਂ ਅੱਗੇ ਚੱਲਦੇ ਹਾਂ। ਸਭ ਤੋਂ ਪਹਿਲਾਂ ਆਪਾਂ ਕੀਤਾ ਮੋਟਰ ਵਹੀਕਲ, ਜਿਹਦੀ ਅਪਰੂਵਡ ਸਿਟਿੰਗ ਕਪੈਸਿਟੀ ਹੈਗੀ 13 ਜਾਂ ਉਸ ਤੋਂ ਘੱਟ, ਇੰਕਲੂਡਿੰਗ ਦੈਟ ਆਫ ਡਰਾਈਵਰ। ਉਹਦੇ 'ਚ ਆਪਾਂ ਕੀਤਾ ਕਿ ਜੇ ਉਹ ਟ੍ਰੇਨਿੰਗ ਪਰਪਸ ਵਾਸਤੇ ਯੂਜ਼ ਹੋ ਰਿਹਾ ਜਾਂ ਉਹਦੀ 'ਚ ਸਪਲਾਈ ਹੋ ਰਹੀ ਹੈ, ਤਾਂ ਉਹਨੂੰ ਮਿਲੂਗਾ, ਇੱਕ ਫਰਦਰੈਂਸ ਬਿਜ਼ਨਸ ਵਾਸਤੇ ਉਹਨੂੰ ਮਿਲੂਗਾ ITC, ਅਦਰਵਾਈਜ਼ ਕਿਸੇ ਕੰਡੀਸ਼ਨ ITC ਨਹੀਂ ਮਿਲੂ। ਫਿਰ ਏਅਰਕ੍ਰਾਫਟ ਐਂਡ ਵੈਸਲਸ, ਸਪਲਾਈ, ਟ੍ਰੇਨਿੰਗ, ਨੈਵੀਗੇਸ਼ਨ ਆਫ ਵੈਸਲ, ਟ੍ਰੇਨਿੰਗ ਆਫ ਫਲਾਈਂਗ ਆਫ ਏਅਰਕ੍ਰਾਫਟ, ਪੈਸੇਂਜਰਸ ਦੀ ਟਰਾਂਸਪੋਰਟੇਸ਼ਨ ਜਾਂ ਟਰਾਂਸਪੋਰਟੇਸ਼ਨ ਆਫ ਗੁਡਸ, ਤਾਂ ਮਿਲੂਗਾ, ਅਦਰਵਾਈਜ਼ ਨਹੀਂ ਮਿਲੂਗਾ। ਤੀਸਰਾ ਸੀਗਾ ਇਹਨਾਂ ਦੋਨਾਂ ਦੇ ਨਾਲ ਰਿਲੇਟਡ, ਜੇ ਰਿਪੇਅਰ ਹੈ, ਮੇਨਟੇਨੈਂਸ ਹੈ, ਇੰਸ਼ੋਰੈਂਸ ਹੈ, ਤਾਂ ਜਿਹੜੀਆਂ ਪਹਿਲਾਂ ਕੰਡੀਸ਼ਨ ਕੀਤੀਆਂ ਉਹਨਾਂ 'ਚ ਮਿਲੂਗਾ, ਜਾਂ ਮੈਨੂਫੈਕਚਰਰ ਨੂੰ ਮਿਲੂਗਾ, ਜਾਂ ਜਿਹੜਾ ਜਨਰਲ ਇੰਸ਼ੋਰੈਂਸ ਵਾਲਾ ਫਰਮ ਇਹਨਾਂ ਨੂੰ ਐਕਸਕਲੂਸਿਵਲੀ ਕਰ ਰਿਹਾ ਕਿ ਉਹ ਇਹਨਾਂ ਦੀ ਇੰਸ਼ੋਰ ਕਰ ਰਿਹਾ, ਉਹਨੂੰ ਮਿਲੂਗਾ, ਅਦਰਵਾਈਜ਼ ਨਹੀਂ ਮਿਲੂਗਾ। ਫਿਰ 3 ਚੀਜ਼ਾਂ ਆਪਾਂ ਕਲੱਬ ਕਰ ਲਈਆਂ। ਉਹ ਸੀਗਾ ਆਪਣਾ ਬਿਊਟੀ ਟਰੀਟਮੈਂਟਸ ਵਗੈਰਾ, ਜਾਂ ਆਪਣਾ ਲੈਂਡਿੰਗ ਆਫ ਦ ਮੋਟਰ ਵਹੀਕਲ ਵਗੈਰਾ, ਜਾਂ ਫੂਡ ਐਂਡ ਬੈਵਰੇਜ ਸੀਗੀਆਂ, ਰੈਸਟੋਰੈਂਟ ਆਪਣਾ ਕੇਟਰਿੰਗ ਸੀਗੀ, ਜਾਂ ਆਪਣਾ ਅਗਲਾ ਸੀਗਾ ਕਲੱਬ ਮੈਂਬਰਸ਼ਿਪ ਟੂ ਦ ਇੰਪਲੋਈ ਜਾਂ ਡਾਇਰੈਕਟਰ, ਜਾਂ ਸੀਗਾ ਜਿਹੜਾ ਟਰੈਵਲ ਬੈਨੀਫਿਟਸ ਨੇ, ਉਹ ਅਦਰਵਾਈਜ਼ ਨਹੀਂ ਮਿਲਣੇ। ਪਰ ਜੇ ਗਵਰਨਮੈਂਟ ਨੇ ਉਹਨਾਂ ਨੂੰ ਕਰਤਾ ਕੰਪਲਸਰੀ ਕਰਤਾ ਕਿ ਤੁਸੀਂ ਆਪਣੇ ਇੰਪਲੋਈ ਨੂੰ ਇਹ ਬੈਨੀਫਿਟ ਦੇਣੇ ਨੇ, ਇਹ ਸਰਵਿਸਿਜ਼ ਦੇਣੀਆਂ ਨੇ, ਤਾਂ ਉਹਦਾ ITC ਮਿਲੂਗਾ। ਠੀਕ ਹੈ, ਇੰਪਲੋਇਰ ਨੂੰ ਮਿਲੂਗਾ। ਨੈਕਸਟ ਹੈਗਾ ਕਿ ਜਿਹੜਾ ਆਪਾਂ ਕੀਤਾ ਸੀਗਾ ਇਹ ਫੂਡ ਬੈਵਰੇਜ, ਆਊਟਡੋਰ ਕੈਟਰਿੰਗ, ਬਿਊਟੀ ਟਰੀਟਮੈਂਟ, ਹੈਲਥ ਸਰਵਿਸਿਜ਼, ਕਾਸਮੈਟਿਕ, ਪਲਾਸਟਿਕ ਸਰਜਰੀ, ਲੀਜ਼ਿੰਗ, ਰੈਂਟਿੰਗ, ਹਾਇਰਿੰਗ ਐਂਡ ਮੋਟਰ ਵਹੀਕਲ। ਇਹ 'ਚ ਇਹਨਾਂ ਨੇ ਕਿਹਾ ਹੈਗਾ ਕਿ ਜੇ AC ਸਰਵਿਸਿਜ਼ ਨੂੰ ਅੱਗੇ ਬੰਦਾ ਪ੍ਰੋਵਾਈਡ ਕਰਦਾ ਹੈਗਾ ਵਿਦਾਊਟ ਚੇਂਜਿੰਗ ਦਾ ਐਲੀਮੈਂਟ, ਤਾਂ ਉਹਨੂੰ ਮਿਲੂਗਾ। ਲੈਂਗੁਏਜ ਮੈਂ ਤੁਹਾਨੂੰ ਦੁਬਾਰਾ ਪੜ੍ਹ ਦਿੰਦਾ। ITC of such services shall be available where an inward supply of such goods and services of both is used by a registered person for making an outward taxable supply of the same category of goods and services of both, or as an element of taxable composite or mixed supply। ठीक है। फिर वर्क कॉन्ट्रैक्ट ਆਪਾਂ ਕੀਤਾ
कि वर्क कॉन्ट्रैक्टर के अंदर एक कंपनी अपना हैडकुआटर बनवा रही है, अपनी बिल्डिंग बनवा रही है किसी वर्क कॉन्ट्रैक्टर तो उन्होंने ITC नहीं मिलना, पर उस वर्क कॉन्ट्रैक्टर ने अगे कोई सबलेट किया काम किसी वर्क कॉन्ट्रैक्टर को, तो उन्होंने ITC उस वर्क कॉन्ट्रैक्टर को मिलूगा सर्विस का। ठीक है। फिर कंस्ट्रक्शन ऑफ इमूवेबल प्रॉपर्टी, बंदे ने अपना हैडकुआटर बनवाया, उन्होंने बुक्स कैपिटलाइज भी कर रहा है, वो तो ITC नहीं मिलना, पर उन्हें कोई प्लांट एंड मशीनरी मिलाई जिवें आप किया ब्लास्ट फर्नेस लाई फॉर द मैनुफैक्चरिंग ऑफ स्टील, तो वह मिल जूगा। ठीक है। सैक्शन 10 कोई परचेज की कंपोजिशन वह नहीं मिलना, बट ऑबवियस है ना। फिर नॉन रेजिडेंट टैक्सेबल पर्सन को सिर्फ गुड्स जो उन्हें इंपोर्ट किए वह मिलना, बाकी उन्हें नहीं मिलना। ठीक है। फिर पर्सनल कंजम्पशन से नहीं मिलना। फिर है गुड्स लॉस्ट, स्टोलन, डिस्ट्रॉयड, रिटन ऑफ, डिस्पोज्ड ऑफ बाय वे ऑफ गिफ्ट सैंपल्स, वह नहीं मिलना। ठीक है, ये हो गया। इस तो बाद आप इहदियां अगे आ गए फ्री सैंपल्स के गिफ्ट्स होंगे जोड़े, उन्होंने उन्ना ITC विच इज़ प्रपोर्शनेट टू दीज फ्री सैंपल्स एंड गिफ्ट्स उन्ना रिवर्स करना पड़ेगा। ठीक है, मैं लैंग्वेज पढ़ देना। सिंस दीज सैंपल्स आर सप्लाइड विदाउट एनी कंसिडरेशन, therefore the ITC cannot be claimed on the input service and capital goods to the extent they are used in relation to the free samples and gifts supplied without any consideration। clear है। then आ गया buy one get one। buy one get one जो कहते हैं कि ये रूल की अप्लाई हो जाता है कि ਅਸੀਂ ਇਹ ਮੰਨ ਲੈਂਦੇ ਹਾਂ कि उस बंदे ने ਉਹਨਾਂ ਦੋਨਾਂ ਨੂੰ ਇੱਕੋ ਕੰਸੀਡਰੇਸ਼ਨ 'ਚ ਦੇਤਾ ਤਾਂ ਉਹਦੇ ਉੱਤੇ ਅਲਾਓ ਹੈ, ITC ਅਲਾਓ ਹੈ। ਲੈਂਗੁਏਜ ਕੀ ਹੈ? This is not an individual supply of free goods. Rather, this is the supply of two or more individual supplies where a single price is charged for the entire supply. It is supply of two goods for the price of one. So, for the purpose of GST, ITC can be claimed on the inputs and input service and capital goods to the extent they are used in the relation of supply of goods and services under such offers. सो फ्री सैंपल तो बाय वन गैट वन आ फर्क है। ठीक है, वो कहते हैं कि ये उन्हें दो चीज़ों को क्लब करके इको दी प्राइस बेचता तो वह मिल जूगा उत्थे, क्योंकि उन्हें कंसिडरेशन विदाउट बेचा, इस करके वो प्रपोर्शनल जिन्ना ITC है ऑफ इनपुट सर्विस या कैपिटल गुड्स का की कहते हैं रिवर्सल पानी पैनी। ठीक है। फिर है अपना 70 सैक्शन 74 सैक्शन 129 तो 130 जो टैक्स पे होया वह ITC नहीं मिलना, क्योंकि वो पेनल्टीज़ ने बेसिकली सिंपल है ना। 74 129 130 इन्हों जो टैक्स पे होगा क्योंकि वो पेनल्टीज़ ने, तो उन्होंने ITC नहीं मिलना। ठीक है। फिर हम आप आ गए कि ITC अवेलेबिलिटी ऑफ क्रेडिट अंडर स्पैशल सरकमस्टांसिस की है। सब तो पहले है कि टैक्स पेयर जोड़ा है वो लाइबिलिटी बन गई टू गैट रजिस्टर्ड अंडर द GST